SBI E-Employee S ਸੈਲਫ ਇੰਪਲੋਇਡ ਸਮਾਲ ਬਿਜ਼ਨੈਸਿਸ B ਬਿਗ ਬਿਜ਼ਨੈਸਿਸ ਅਤੇ I ਦਾ ਮਤਲਬ ਇਨਵੈਸਟਰਸ। ਦੁਨੀਆ ਵਿੱਚ ਜਿਹੜਾ ਵੀ ਪੈਸੇ ਕਮਾ ਰਿਹਾ ਉਹ ਇਹਨਾਂ ਚਾਰਾਂ ਡੱਬਿਆਂ ਚੋਂ ਕਿਸੇ ਇੱਕ ਵਿੱਚ ਹੀ ਆਂਦਾ ਏ। ਦੁਨੀਆ ਦੇ 95% ਲੋਕ E ਅਤੇ S ਵਿੱਚ ਆਂਦੇ ਆ ਅਤੇ ਉਹਨਾਂ ਕੋਲ ਦੁਨੀਆ ਦਾ ਸਿਰਫ 5% ਪੈਸਾ ਏ ਅਤੇ B ਅਤੇ I ਵਿੱਚ ਦੁਨੀਆ ਦੇ ਸਿਰਫ 5% ਲੋਕ ਆਂਦੇ ਆ ਪਰ ਉਹਨਾਂ ਕੋਲ ਦੁਨੀਆ ਦਾ 95% ਪੈਸਾ ਏ। ਵੀਡੀਓ ਦੇ ਐਂਡ ਵਿੱਚ ਆਪਾਂ ਦੇਖਾਂਗੇ ਕਿ ਤੁਸੀਂ B ਅਤੇ I ਵਿੱਚ ਕਿੱਦਾਂ ਆ ਸਕਦੇ ਹੋ। ਪਹਿਲਾਂ ਇਹਨਾਂ ਚਾਰਾਂ ਬਾਰੇ ਹੋਰ ਦੇਖਦੇ ਹਾਂ। E ਦਾ ਮਤਲਬ ਹੁੰਦਾ EMPLOYE, ਨੌਕਰੀ ਕਰਨ ਵਾਲਾ, ਜੋਬ ਵਾਲਾ। ਭਾਰਤ ਵਿੱਚ ਹਰ ਘਰ ਵਿੱਚ ਤੁਹਾਨੂੰ ਇਹੀ ਸਲਾਹ ਮਿਲੂ, ਪੜ੍ਹੋ ਲਿਖੋ, ਸਕੂਲ ਜਾਓ, ਡਿਗਰੀ ਲਓ ਅਤੇ ਇੱਕ ਪੱਕੀ ਨੌਕਰੀ ਲੈ ਲਓ। ਸਾਰਾ ਮਹੀਨਾ ਕੰਮ ਕਰੋ ਅਤੇ ਮਹੀਨੇ ਦੇ ਖਤਮ ਹੋਣ ਤੋਂ ਬਾਅਦ ਤੁਹਾਨੂੰ ਤਨਖਾਹ ਮਿਲ ਜਾਣੀ। ਇਹ ਸਲਾਹ ਕਰਕੇ ਤੁਸੀਂ ਹਮੇਸ਼ਾ ਪੈਸੇ ਦੇ ਅਤੇ ਆਪਣੇ ਮਾਲਕ ਦੇ ਗੁਲਾਮ ਰਹਿੰਦੇ ਆ ਅਤੇ ਇਹ ਜਿਹੇ ਲੋਕ ਹਮੇਸ਼ਾ ਹੀ ਆਪਣੇ ਸਮੇਂ ਬਦਲੇ ਪੈਸੇ ਲੈਣ ਨੂੰ ਤਿਆਰ ਰਹਿੰਦੇ ਆ। ਇਹ ਡੱਬੇ ਦੇ ਲੋਕ ਹਮੇਸ਼ਾ ਸਿਕਿਉਰਿਟੀ, ਪੱਕੇ ਹੋਣ ਦੀ ਅਤੇ ਨੌਕਰੀ ਵਿੱਚ ਫਾਇਦਿਆਂ ਦੀ ਗੱਲ ਕਰਦੇ ਜਿੱਦਾਂ ਕੰਪਨੀ ਵਿੱਚ ਹੈਲਥ ਇੰਸ਼ੋਰੈਂਸ ਮਿਲਦੀ ਹੈ। ਇਹ ਲੋਕ ਰਿਸਕ ਲੈਣ ਤੋਂ ਬਹੁਤ ਡਰਦੇ ਆ ਅਤੇ ਇਸ ਕਰਕੇ ਇਹ ਸਟੇਬਲ ਨੌਕਰੀ 'ਚ ਰਹਿੰਦੇ ਆ। ਇਹ ਲੋਕ ਸਾਰਾ ਸਾਲ ਕੰਮ ਕਰਦੇ ਆ ਅਤੇ ਤਨਖਾਹ ਵਧਣ ਦੀ ਉਡੀਕ ਕਰਦੇ ਆ। ਜਦੋਂ ਤਨਖਾਹ ਵੱਧਦੀ ਹੈ ਉਦਾਂ ਹੀ ਆਪਣੇ ਖਰਚੇ ਵੀ ਵਧਾ ਲੈਂਦੇ ਆ। ਇਹਨਾਂ ਕੋਲ ਕੋਈ ਫਾਈਨੈਂਸ਼ੀਅਲ ਨੌਲੇਜ ਨਹੀਂ ਹੁੰਦੀ, ਮਤਲਬ ਪੈਸੇ ਦੀ ਸਮਝ। ਇਹ ਲੋਕ ਆਪਣੇ ਪੈਸੇ ਤੋਂ ਲਾਇਬਿਲਿਟੀਜ਼ ਲੈਂਦੇ। ਲਾਇਬਿਲਿਟੀਜ਼ ਦਾ ਮਤਲਬ ਉਹ ਚੀਜ਼ਾਂ ਜਿਹੜੀਆਂ ਤੁਸੀਂ ਲੈਂਦੇ ਆ ਅਤੇ ਉਸ ਦਾ ਮੁੱਲ ਘਟ ਜਾਂਦਾ ਹੈ, ਜਿੱਦਾਂ ਫੋਨ, ਮੋਟਰਸਾਈਕਲ ਅਤੇ ਗੱਡੀ। ਇਹ ਲੋਕ ਸਿਰਫ ਧੱਕ ਪਾਉਣ ਦੀ ਸੋਚਦੇ ਆ। ਜਿੰਨਾ ਉਹਨਾਂ ਕੋਲ ਪੈਸਾ ਹੈ ਉਸ ਨਾਲੋਂ ਜ਼ਿਆਦਾ ਕੀਮਤ ਦੀ ਚੀਜ਼ ਖਰੀਦ ਕੇ ਸ਼ੋਅ ਆਫ ਕਰਦੇ ਆ। ਇਹ ਲੋਕ ਇਹੋ ਜਿਹੀਆਂ ਚੀਜ਼ਾਂ ਲੋਨ ਉੱਤੇ ਲੈਂਦੇ ਆ ਜਿਸ ਦੀ ਕਿਸ਼ਤ ਦਾ ਭਾਰ ਇਹਨਾਂ ਉੱਤੇ ਹਮੇਸ਼ਾ ਰਹਿੰਦਾ ਹੈ, ਜਿਸ ਕਰਕੇ ਇਹ ਨੌਕਰੀ ਵਿੱਚ ਫਸੇ ਰਹਿੰਦੇ ਆ ਅਤੇ ਉਹਨੂੰ ਸਾਰੀ ਉਮਰ ਨਹੀਂ ਛੱਡ ਸਕਦੇ। ਜੇ ਤਨਖਾਹ ਵੱਧਦੀ ਹੈ ਇਹ ਉਦਾਂ ਹੀ ਆਪਣਾ ਖਰਚਾ ਵੀ ਵਧਾ ਲੈਂਦੇ ਆ ਅਤੇ ਹੋਰ ਲੋਨ ਲੈ ਲੈਂਦੇ ਆ ਅਤੇ ਹੋਰ ਕਿਸ਼ਤਾਂ ਭਰਦੇ ਆ ਅਤੇ ਫਿਰ ਇਹ ਇਹੋ ਜਿਹੇ ਸਾਈਕਲ ਵਿੱਚ ਫਸ ਜਾਂਦੇ ਆ ਜਿਸ ਨੂੰ ਰੈਟ ਰੇਸ ਵੀ ਕਹਿੰਦੇ ਆ। ਇਹਨਾਂ ਲੋਕਾਂ ਨੂੰ ਫਾਈਨੈਂਸ਼ੀਅਲ ਅਤੇ ਟਾਈਮ ਫਰੀडम ਬਾਰੇ ਕੁਝ ਪਤਾ ਹੀ ਨਹੀਂ ਹੁੰਦਾ। ਹੁਣ ਗੱਲ ਕਰਦੇ ਆ S ਦੀ। S ਦਾ ਮਤਲਬ ਸੈਲਫ ਇੰਪਲੋਇਡ ਅਤੇ ਸਮਾਲ ਬਿਜ਼ਨੈਸਿਸ। ਜਿਵੇਂ ਇੱਕ ਡਾਕਟਰ ਦਾ ਆਪਣਾ ਕਲੀਨਿਕ ਹੈ, ਉਹ ਵਧੀਆ ਕੰਮ ਕਰ ਰਿਹਾ ਹੈ ਅਤੇ ਵਧੀਆ ਪੈਸੇ ਕਮਾ ਰਿਹਾ ਹੈ ਅਤੇ ਬਾਅਦ ਵਿੱਚ ਉਹਦੇ ਕੋਲ ਹੌਲੀ ਹੌਲੀ ਪੇਸ਼ੈਂਟ ਵਧੀ ਜਾਣੇ ਜਿਸ ਨਾਲ ਉਹਨੇ ਹੋਰ ਬਿਜ਼ੀ ਹੋਈ ਜਾਣਾ ਅਤੇ ਉਹਦੇ ਕੋਲ ਹੋਰ ਕੰਮ ਲਈ ਟਾਈਮ ਨਹੀਂ ਬਚਣਾ। ਇਸ ਤਰ੍ਹਾਂ ਉਹਦੇ ਕੋਲ ਟਾਈਮ ਫਰੀडम ਨਹੀਂ ਹੈ ਅਤੇ ਉਹਨੂੰ ਆਪਣੇ ਟਾਈਮ ਨੂੰ ਵੇਚ ਕੇ ਪੈਸੇ ਕਮਾਣੇ ਪੈ ਰਹੇ ਹੈ। ਜੇਕਰ ਉਹ ਬਿਮਾਰ ਹੋ ਜਾਂਦਾ ਹੈ ਅਤੇ ਉਸ ਦਿਨ ਕਲੀਨਿਕ ਨਹੀਂ ਖੋਲਦਾ ਤਾਂ ਉਹਦੇ ਪੈਸੇ ਉਸ ਦਿਨ ਦੇ ਨਹੀਂ ਬਣਨੇ। ਇਹ ਵੀ ਹੁਣ ਇੱਕ ਨੌਕਰੀ ਵਾਲੇ ਬੰਦੇ ਵਾਂਗ ਜਿੰਨਾ ਟਾਈਮ ਕੰਮ ਕਰੂੰਗਾ ਉਨਾ ਹੀ ਪੈਸੇ ਉਹਦੇ ਕੋਲ ਆਉਂਗੇ। ਬਸ ਇਸ ਵਿੱਚ ਉਹ ਬੰਦੇ ਨੇ ਆਪਣੇ ਆਪ ਨੂੰ ਖੁਦ ਨੂੰ ਹੀ ਨੌਕਰੀ ਦਿੱਤੀ ਹੁੰਦੀ ਹੈ। ਐਵੇਂ ਹੀ ਸਮਾਲ ਬਿਜ਼ਨੈਸਿਸ, ਛੋਟੇ ਦੁਕਾਨਦਾਰ ਜੋ ਕਿ ਆਪਣੇ ਆਪ ਨੂੰ ਬਿਜ਼ਨਸਮੈਨ ਦੱਸਦੇ ਆ, ਉਹ ਵੀ ਇੱਕ ਤਰ੍ਹਾਂ ਦੀ ਨੌਕਰੀ ਹੀ ਹੁੰਦੀ ਹੈ। ਤੁਸੀਂ ਦੇਖਿਆ ਹੋਣਾ ਕਿ ਲਾਲਾ ਹੀ ਗੱਲੇ ਉੱਤੇ ਬੈਠਾ ਹੁੰਦਾ ਹੈ, ਉਹੀ ਸਮਾਨ ਪਾ ਕੇ ਦਿੰਦਾ ਹੈ, ਉਹੀ ਸਮਾਨ ਬਾਹਰੋਂ ਮੰਗਾਉਂਦਾ ਹੈ ਅਤੇ ਬੈਂਕ ਦਾ ਕੋਈ ਕੰਮ ਹੈ ਉਹ ਵੀ ਉਹੀ ਕਰਦਾ ਹੈ ਅਤੇ ਵਿੱਚ ਕੋਈ ਪੰਗਾ ਪੈ ਜਾਵੇ ਉਹਦੇ ਨਾਲ ਵੀ ਉਹੀ ਡੀਲ ਕਰਦਾ ਹੈ। ਉਹ ਇਹ ਸੋਚਦਾ ਹੈ ਕਿ ਇਹ ਕੰਮ ਉਹ ਸਭ ਨਾਲੋਂ ਵਧੀਆ ਕਰ ਸਕਦਾ ਹੈ ਤਾਂ ਇਹ ਵੀ ਜਿੰਨਾ ਟਾਈਮ ਦੁਕਾਨ ਉੱਤੇ ਰਹੂਗਾ ਉਨੇ ਟਾਈਮ ਹੀ ਪੈਸੇ ਆਉਂਗੇ। ਤਾਂ ਦੁਕਾਨਦਾਰ, ਡਾਕਟਰ, ਲਾਇਰ ਆਦਿ ਇਹ ਵੀ ਆਪਣਾ ਟਾਈਮ ਨੂੰ ਵੇਚ ਕੇ ਪੈਸੇ ਕਮਾਉਂਦੇ ਆ ਅਤੇ ਟਾਈਮ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਦੀ ਜ਼ਿੰਦਗੀ ਵਿੱਚ ਕਿੰਨਾ ਹੀ ਘੱਟ ਹੈ। ਬੰਦਾ ਸਿਰਫ 8 ਤੋਂ 10 ਘੰਟੇ ਹੀ ਕੰਮ ਕਰਦਾ ਹੈ ਅਤੇ ਕਿੰਨਾ ਕੁ ਹੀ ਪੈਸਾ ਕਮਾ ਲੂੰਗਾ। ਤਾਂ ਤੁਸੀਂ ਇਸ ਤਰ੍ਹਾਂ ਬਹੁਤ ਜ਼ਿਆਦਾ ਪੈਸੇ ਨਹੀਂ ਕਮਾ ਸਕਦੇ। ਹੁਣ ਗੱਲ ਕਰਦੇ ਆ ਉਹਨਾਂ ਲੋਕਾਂ ਦੀ ਜਿਹੜੇ ਕਰੋੜਾਂ ਰੁਪਏ ਕਮਾ ਰਹੇ ਆ। ਬਿਗ ਬਿਜ਼ਨੈਸਿਸ, ਉਹ ਬਿਜ਼ਨਸਮੈਨ ਜਿਨ੍ਹਾਂ ਥੱਲੇ 500 ਜਾਂ 500 ਤੋਂ ਜ਼ਿਆਦਾ ਬੰਦੇ ਕੰਮ ਕਰ ਰਹੇ ਆ। ਇਹ ਲੋਕ OPT ਵਿੱਚ ਮੰਨਦੇ ਆ। OPT ਮਤਲਬ ਅਦਰ ਪੀਪਲ ਟਾਈਮ, ਮਤਲਬ ਹੋਰ ਲੋਕਾਂ ਦਾ ਸਮੇਂ। ਜਿਵੇਂ ਸੈਲਫ ਇੰਪਲੋਇਡ ਆਪਣੇ 8 ਘੰਟੇ ਕੰਮ ਕਰਦਾ ਹੈ ਤਾਂ ਇਹ ਜੇ ਬੜੇ ਬਿਜ਼ਨਸਮੈਨ ਆਪਣੇ ਨੀਚੇ 500 ਲੋਕ ਰੱਖ ਲੈਂਦੇ ਆ ਜਿਹੜੇ 8 ਘੰਟੇ ਲਈ ਕੰਮ ਕਰਦੇ ਆ। ਤਾਂ 500 ਲੋਕ 8 ਘੰਟੇ ਲਈ ਕਿੰਨਾ ਜ਼ਿਆਦਾ ਕੰਮ ਕਰਨਗੇ ਅਤੇ ਕਿੰਨਾ ਜ਼ਿਆਦਾ ਪੈਸਾ ਉਹ ਬਿਜ਼ਨਸਮੈਨ ਨੂੰ ਬਣੂਗਾ। ਉਹਨਾਂ ਨੇ ਹਰ ਇੱਕ ਕੰਮ ਲਈ ਬੰਦੇ ਰੱਖੇ ਹੁੰਦੇ ਆ ਜੋ ਕਿ ਉਸ ਕੰਮ ਵਿੱਚ ਬਿਹਤਰ ਹੁੰਦੇ ਆ। ਐਵੇਂ ਉਹ ਕੰਮ ਦਾ ਸਿਸਟਮ ਬਣਾ ਕੇ ਰੱਖਦੇ ਆ ਤਾਂ ਜੇਕਰ ਮਾਲਕ 2-3 ਮਹੀਨੇ ਲਈ ਕੰਮ ਉੱਤੇ ਨਹੀਂ ਆਉਂਦਾ ਤਾਂ ਪਿੱਛੇ ਕੰਮ ਰੁਕਦਾ ਨਹੀਂ। ਉਹਨੇ ਸਿਸਟਮ ਬਣਾਇਆ ਹੁੰਦਾ ਹੈ। ਇਹ ਜਿਹੇ ਲੋਕ ਦੇਸ਼ ਵਿੱਚ ਸਭ ਤੋਂ ਜ਼ਰੂਰੀ ਚੀਜ਼ ਦਿੰਦੇ ਆ, ਉਹ ਹੈ ਨੌਕਰੀ। ਇਸ ਨਾਲ ਸਭ ਦਾ ਫਾਇਦਾ ਹੁੰਦਾ।
ਇਹਨਾਂ ਕੋਲ ਫਾਈਨੈਂਸ਼ੀਅਲ ਅਤੇ ਪ੍ਰੈਕਟੀਕਲ ਨੌਲੇਜ ਹੁੰਦੀ ਹੈ ਬਿਜ਼ਨਸ ਦੀ। ਇਹਨਾਂ ਨੂੰ ਪੈਸੇ ਦੀ ਵਰਤੋਂ ਵੀ ਬਹੁਤ ਚੰਗੀ ਤਰ੍ਹਾਂ ਕਰਨੀ ਆਉਂਦੀ ਹੈ। ਇਹਨਾਂ ਕੋਲ ਜਿਹੜਾ ਪੈਸਾ ਬਚਦਾ ਹੈ ਉਹਨੂੰ ਇਹ ਇਨਵੈਸਟਰ ਕੈਟੇਗਰੀ ਵਿੱਚ ਲੈ ਕੇ ਜਾਂਦੇ ਹੈ, ਜਿਸ ਬਾਰੇ ਹੁਣ ਦੇਖਦੇ ਹਾਂ। ਤੁਹਾਨੂੰ ਸਭ ਨੂੰ ਕੋਸ਼ਿਸ਼ ਕਰਨੀ ਹੈ ਕਿ ਹਮੇਸ਼ਾ ਇਨਵੈਸਟਰ ਵਾਲੀ ਕੈਟੇਗਰੀ ਵਿੱਚ ਰਹੀਏ। ਇਸ ਵਿੱਚ ਆਉਣ ਵਾਲੇ ਲੋਕ ਆਪ ਕੰਮ ਨਹੀਂ ਕਰਦੇ, ਉਹਨਾਂ ਦਾ ਪੈਸਾ ਉਹਨਾਂ ਲਈ ਕੰਮ ਕਰਦਾ ਹੈ। ਜਾਂ ਪਹਿਲਾਂ ਉਹ ਬਹੁਤ ਜ਼ਿਆਦਾ ਪੈਸਾ ਬਣਾ ਲੈਂਦੇ ਅਤੇ ਫਿਰ ਉਹ ਪੈਸੇ ਤੋਂ ਪੈਸਾ ਬਣਾਉਂਦੇ ਹੈ। ਜਿਵੇਂ ਨੌਕਰੀ ਵਾਲੇ ਲੋਕ ਲਾਇਬਿਲਿਟੀਜ਼ ਖਰੀਦਦੇ ਹੈ, ਇਨਵੈਸਟਰਸ ਐਸੈਟ ਖਰੀਦਦੇ ਹੈ। ਐਸੈਟਸ ਦਾ ਮਤਲਬ ਉਹ ਚੀਜ਼ਾਂ ਜਿਨ੍ਹਾਂ ਦਾ ਦਾਮ ਬਾਅਦ ਵਿੱਚ ਵੱਧ ਜਾਂਦਾ ਹੈ, ਜਿਵੇਂ ਸਟਾਕਸ, ਮਿਊਚੁਅਲ ਫੰਡਸ, 골ਡ, ਰੀਅਲ ਏਸਟੇਟ। ਤੁਸੀਂ ਜਿਹੜੇ ਮਰਜ਼ੀ ਤਰੀਕੇ ਨਾਲ ਪੈਸੇ ਕਮਾਉਂਦੇ ਹੋ, ਤੁਸੀਂ ਆਪਣਾ ਗੋਲ ਇਹੀ ਰੱਖਣਾ ਹੈ ਕਿ ਇਨਵੈਸਟਰ ਵਾਲੀ ਕੈਟੇਗਰੀ ਵਿੱਚ ਆਉਣਾ ਹੈ, ਕਿਉਂਕਿ ਇਸ ਵਿੱਚ ਹੀ ਅਸਲੀ ਦੌਲਤ ਬਣਦੀ ਹੈ। ਇਹ ਲੋਕ OPM ਵਿੱਚ ਮੰਨਦੇ ਆ, ਅਦਰ ਪੀਪਲ ਮਨੀ। ਜਦੋਂ ਇਹਨਾਂ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਅਤੇ ਨੌਲੇਜ ਹੋ ਜਾਂਦਾ ਹੈ, ਇਹ ਬੈਂਕ ਤੋਂ ਲੋਨ ਲੈਂਦੇ ਆ, ਜੋ ਕਿ ਇੱਕ ਤਰ੍ਹਾਂ ਦਾ ਅਦਰ ਪੀਪਲ ਮਨੀ ਹੈ, ਅਤੇ ਇਹ ਇਸ ਦਾ ਇਸਤੇਮਾਲ ਕਰਕੇ ਹੋਰ ਪੈਸੇ ਬਣਾਉਂਦੇ ਆ। ਇਸ ਤਰ੍ਹਾਂ ਦੇ ਲੋਨ ਨੂੰ ਗੁੱਡ ਡੈਪਟ ਕਹਿੰਦੇ ਆ, ਜਿਸ ਨਾਲ ਪੈਸੇ ਤੋਂ ਪੈਸਾ ਬਣਦਾ ਹੈ। ਅਤੇ ਜੋ ਨੌਕਰੀ ਵਾਲੇ ਲੋਨ ਲੈਂਦੇ ਆ ਉਹਨੂੰ ਬੈਡ ਡੈਪਟ ਕਹਿੰਦੇ ਆ। ਡੈਪਟ ਦਾ ਮਤਲਬ ਹੁੰਦਾ ਹੈ ਕਰਜ਼ਾ। ਤਾਂ ਫਿਰ E ਅਤੇ S ਵਾਲੇ ਲੋਕ ਐਕਟਿਵ ਇਨਕਮ ਨਾਲ ਪੈਸੇ ਕਮਾਉਂਦੇ ਹੈ, ਮਤਲਬ ਜਿੰਨਾ ਟਾਈਮ ਐਕਟਿਵਲੀ ਕੰਮ ਕਰੋਗੇ ਉਨਾ ਟਾਈਮ ਹੀ ਪੈਸੇ ਆਉਣਗੇ। ਅਤੇ B ਅਤੇ I ਵਾਲਿਆਂ ਦਾ ਪੈਸਾ ਪੈਸਿਵਲੀ ਆਉਂਦਾ ਹੈ। ਪੈਸਿਵ ਦਾ ਮਤਲਬ ਉਹ ਕੰਮ ਕਰਨ ਜਾਂ ਨਾ ਕਰਨ ਪੈਸਾ ਆਉਂਦਾ ਰਹਿੰਦਾ ਹੈ। ਇੱਕ ਹੋਰ ਫਰਕ ਹੈ, E ਅਤੇ S ਵਾਲੇ ਸੋਚਦੇ ਹੈ ਕਿ ਅਸੀਂ 50 ਤੱਕ ਕੰਮ ਕਰਾਂਗੇ ਫਿਰ ਰਿਟਾਇਰ ਹੋਵਾਂਗੇ, ਪਰ B ਅਤੇ I ਵਾਲੇ ਸੋਚਦੇ ਹੈ ਕਿ ਅਸੀਂ 30 ਤੋਂ ਪਹਿਲਾਂ ਹੀ ਰਿਟਾਇਰ ਹੋ ਜਾਣਾ। ਇੱਕ ਹੋਰ ਗੱਲ, E ਅਤੇ S ਵਾਲੇ B ਅਤੇ I ਨਾਲੋਂ ਜ਼ਿਆਦਾ % ਟੈਕਸ ਦਿੰਦੇ ਆ, ਜਦ ਕਿ ਉਹ ਉਹਨਾਂ ਨਾਲੋਂ ਘੱਟ ਪੈਸੇ ਕਮਾਉਂਦੇ ਆ ਫਿਰ ਵੀ ਟੈਕਸ ਜ਼ਿਆਦਾ ਭਰਦੇ ਆ। ਇਹ ਵੀ ਇੱਕ ਬੈਨੀਫਿਟ ਹੈ ਬਿਜ਼ਨਸ ਅਤੇ ਇਨਵੈਸਟਿੰਗ ਦਾ। ਹੁਣ ਦੇਖਦੇ ਆ ਤੁਸੀਂ E ਅਤੇ S ਵਿੱਚੋਂ B ਅਤੇ I ਵਿੱਚ ਕਿੱਦਾਂ ਜਾ ਸਕਦੇ ਆ। ਸਭ ਤੋਂ ਪਹਿਲਾਂ ਤੁਹਾਨੂੰ ਮਾਈਂਡਸੈਟ ਚੇਂਜ ਕਰਨਾ ਪੈਣਾ, ਕਿਉਂਕਿ ਸਭ ਤੋਂ ਬੜਾ ਫਰਕ ਇਹੀ ਆਉਂਦਾ ਹੈ ਕਿ ਸੋਚਦੇ ਕਿੱਦਾਂ ਹੈ ਦੋਵੇਂ ਪਾਸੇ ਦੇ ਲੋਕ। ਬਿਜ਼ਨਸ ਅਤੇ ਇਨਵੈਸਟਰਸ ਨੇ ਆਪਣਾ ਮਾਈਂਡਸੈਟ ਫਾਈਨੈਂਸ ਅਤੇ ਬਿਜ਼ਨਸ ਦੀਆਂ ਕਿਤਾਬਾਂ ਪੜ੍ਹ ਕੇ ਬਦਲਿਆ ਹੁੰਦਾ ਹੈ, ਅਤੇ ਇਹੋ ਜਿਹੀਆਂ ਵੀਡੀਓ ਦੇਖ ਕੇ ਵੀ ਬਦਲ ਜਾਂਦਾ ਹੈ। ਉਹ ਸਭ ਕੁਝ ਸਿੱਖਦੇ ਆ ਕਿ ਕਿਵੇਂ ਉਹ ਹੋਰ ਲੋਕਾਂ ਦਾ ਟਾਈਮ ਅਤੇ ਪੈਸਾ ਲੈ ਕੇ ਅਮੀਰ ਬਣਦੇ ਆ। ਤੁਹਾਨੂੰ ਸਭ ਤੋਂ ਪਹਿਲਾਂ ਇਹ ਸਿੱਖਣਾ ਪੈਣਾ ਅਤੇ ਆਪਣੀ ਸੋਚ ਬਦਲਣੀ ਪੈਣੀ ਕਿ ਕਾਹਤੇ ਤੁਹਾਡੇ ਲਈ B ਅਤੇ I ਵਿੱਚ ਆਉਣਾ ਜ਼ਰੂਰੀ ਹੈ ਅਤੇ ਕਿੱਦਾਂ ਆਉਂਗੇ। ਤੁਸੀਂ ਇੱਕ ਕਾਲਮ ਚੋਂ ਦੂਏ ਕਾਲਮ ਵਿੱਚ ਜੰਪ ਵੀ ਕਰ ਸਕਦੇ ਹੋ। ਹੁਣ ਜੇ ਤੁਸੀਂ E ਵਿੱਚ ਹੋ ਅਤੇ ਤੁਸੀਂ S ਵਿੱਚ ਜਾਣਾ ਹੈ ਤਾਂ ਤੁਸੀਂ ਆਪਣਾ ਕੋਈ ਸਾਈਡ ਹਸਲ ਕਰ ਸਕਦੇ ਹੋ। ਸਾਈਡ ਹਸਲ ਮਤਲਬ ਕੋਈ ਛੋਟਾ ਕੰਮ, ਨੌਕਰੀ ਦੇ ਨਾਲ ਨਾਲ ਤੁਸੀਂ ਕੋਈ ਸਕਿੱਲ ਸਿੱਖ ਕੇ ਫ੍ਰੀਲਾਂਸ ਵੀ ਕਰ ਸਕਦੇ ਹੋ। ਜੇ ਤੁਸੀਂ S ਵਿੱਚ ਹੋ ਅਤੇ B ਵਿੱਚ ਜਾਣਾ ਹੈ ਤਾਂ ਤੁਹਾਨੂੰ ਡੈਲਿਊਸ਼ਨ ਸਿੱਖਣਾ ਪੈਣਾ, ਕਿੱਦਾਂ ਸਾਰਾ ਕੰਮ ਜੋ ਤੁਸੀਂ ਕਰਦੇ ਹੋ ਉਸ ਲਈ ਹੋਰ ਬੰਦੇ ਰੱਖ ਲਵੋ, ਅਤੇ ਇਸ ਨਾਲ ਤੁਹਾਡਾ ਕੰਮ ਬਹੁਤ ਜਲਦੀ ਬੜਾ ਹੋ ਸਕਦਾ ਹੈ। ਜਿੰਨੇ ਹੀ ਜ਼ਿਆਦਾ ਕੰਮ ਕਰੋਗੇ ਉਨਾ ਹੀ ਤੁਹਾਡਾ ਪ੍ਰੋਫਿਟ ਲੱਖਾਂ ਤੋਂ ਸਿੱਧਾ ਕਰੋੜਾਂ ਵਿੱਚ ਜਾ ਸਕਦਾ ਹੈ। ਹੁਣ ਜਿਹੜੇ ਬਿਜ਼ਨਸਮੈਨ ਹੁੰਦੇ ਆ ਉਹਨਾਂ ਨੂੰ ਇਨਵੈਸਟਿੰਗ ਬਾਰੇ ਪਤਾ ਹੀ ਹੁੰਦਾ ਹੈ ਅਤੇ ਉਹ ਕਰ ਵੀ ਰਹੇ ਹੁੰਦੇ ਆ। ਏਦਾਂ ਤੁਸੀਂ ਦੇਖਣਾ ਕਿ ਕਿੱਦਾਂ ਤੁਸੀਂ B ਅਤੇ I ਵਿੱਚ ਆ ਸਕਦੇ ਹੋ। ਫਿਰ ਤੁਸੀਂ ਫਾਈਨੈਂਸ਼ੀਅਲ ਫਰੀडम ਅਤੇ ਟਾਈਮ ਫਰੀडम ਪਾ ਸਕਦੇ ਹੋ।